Hello dear students, I am Lakhvinder Singh. You are watching Basic Science. Today we will discuss a new topic, intestine. What is intestine? First of all we will discuss it is diagram beta ji. So this is called stomach. After the entry of food into the stomach, food enter into the small intestine. Food enter into the small intestine. What is small intestine? After that, food into, this is a roughly diagram of alimentary canal. This is called small intestine. Small intestine. Small intestine has three parts. Small intestine has three parts. First part of the small intestine is called duodenum. Is called beta ji duodenum. Second part of the alimentary canal, jejunum. And last part of the alimentary canal is ileum. So small intestine has three parts. Small intestine ਦੇ ਬੇਟਾ ਜੀ 3 ਪਾਰਟਸ ਹੈਗੇ ਹੈ. ਫਸਟ ਪਾਰਟ ਕਿਹੜਾ ਹੈਗਾ ਹੈ ਡਿਊਡੀਨਮ, ਸੈਕੰਡ ਪਾਰਟ ਜੀਜੂਨਮ, ਥਰਡ ਪਾਰਟ ਬੇਟਾ ਹੈਗਾ ਕੀ ਪਾਰਟ ਹੈਗਾ ਇਲੀਅਮ. small intestine ਦੇ 3 ਇੰਪੋਰਟੈਂਟ ਪਾਰਟਸ ਹੈਗੇ ਬੇਟਾ ਜੀ. ਸੋ ਫਸਟ ਆਫ ਆਲ ਵੀ ਵਿਲ ਡਿਸਕਸ ਅਬਾਊਟ ਡਿਊਡੀਨਮ. ਸਭ ਤੋਂ ਪਹਿਲਾਂ ਅਸੀਂ ਡਿਊਡੀਨਮ ਦੀ ਗੱਲ ਕਰਾਂਗੇ. ਡਿਊਡੀਨਮ ਕੀ ਹੈ ਬੇਟਾ ਜੀ? ਫੂਡ ਐਂਟਰ ਇਨਟੂ ਦਾ ਸਟਮਕ. ਪਹਿਲਾਂ ਜਦੋਂ ਫੂਡ ਆ ਜਿਹੜਾ ਸਟਮਕ ਦੇ ਵਿੱਚ ਐਂਟਰ ਹੋਇਆ ਹੈ, ਸਟਮਕ ਤੋਂ ਪਹਿਲਾਂ ਕਿਸ ਤੋਂ ਆਇਆ? ਇਹ ਬਕਲ ਕੈਵਿਟੀ ਤੋਂ ਹੁੰਦਾ ਹੋਇਆ ਫੂਡ ਕੈਵਿਟੀ ਦੇ ਫੂਡ ਪਾਈਪ ਦੇ ਵਿੱਚੋਂ ਦੀ ਐਂਟਰ ਹੋ ਗਿਆ ਸਟਮਕ ਦੇ ਵਿੱਚ. ਸਟਮਕ ਦੇ ਵਿੱਚ ਕੀ ਹੋ ਗਿਆ? ਪਾਰਸ਼ਲੀ ਡਾਈਜੈਸਟਡ ਹੋਣ ਤੋਂ ਬਾਅਦ ਫੂਡ ਐਂਟਰ ਇਨਟੂ ਦਾ ਸਮਾਲ ਇੰਟੈਸਟਾਈਨ. ਕਿਹਦੇ ਵਿੱਚ ਐਂਟਰ ਹੋਇਆ ਬੇਟਾ ਜੀ? ਸਮਾਲ ਇੰਟੈਸਟਾਈਨ ਦੇ ਵਿੱਚ ਐਂਟਰ ਹੋਇਆ ਥਰੂ ਦਾ ਪਾਇਲੋਰਿਕ ਸਫਿੰਕਟਰ. ਆ ਜਿਹੜੇ ਦੋ ਸਫਿੰਕਟਰ ਲੱਗੇ ਹੈ ਇਹਨਾਂ ਨੂੰ ਬੋਲਾਂਗੇ ਬੇਟਾ ਜੀ ਪਾਇਲੋਰਿਕ ਸਫਿੰਕਟਰ. ਕਿਹੜੀ ਬੋਲਾਂਗੇ ਬੇਟਾ ਜੀ? ਪਾਇਲੋਰਿਕ ਸਫਿੰਕਟਰ ਨੇ ਜਿਹੜੇ ਕੀ ਹੋਣਗੇ ਦੋਨੇ ਪਾਇਲੋਰਿਕ ਸਫਿੰਕਟਰ ਵਿਲ ਵੀ ਲੂਜ਼. ਉਹ ਦੋਨੇ ਸਫਿੰਕਟਰ ਲੂਜ਼ ਹੋ ਜਾਣਗੇ. ਵਟ ਵਿਲ ਹੈਪਨ? ਵਿਚ ਇਜ਼ ਫੂਡ ਇਜ਼ ਪਾਰਸ਼ਲੀ ਡਾਈਜੈਸਟਡ ਵਿਲ ਐਂਟਰ ਇਨਟੂ ਦਾ ਸਮਾਲ ਇੰਟੈਸਟਾਈਨ. ਇਨ ਵਿਚ ਪਾਰਟ ਡਿਊਡੀਨਮ ਦੇ ਵਿੱਚ ਕੀ ਹੋਏਗਾ ਬੇਟਾ ਜੀ? ਐਂਟਰ ਹੋਏਗਾ. ਇਸ ਫੂਡ ਦਾ ਨਾਮ ਕੀ ਹੋਏਗਾ? ਪਾਰਸ਼ਲੀ ਡਾਈਜੈਸਟਡ ਫੂਡ ਦਾ ਨਾਮ ਕੀ ਹੋਏਗਾ ਬੇਟਾ ਜੀ? ਇਟ ਇਜ਼ ਨੇਮ ਇਜ਼ ਕਾਈਮ. ਇਹਦਾ ਨਾਮ ਕੀ ਹੋਏਗਾ ਬੇਟਾ ਜੀ? ਕਾਈਮ ਹੋਏਗਾ ਇਹਦਾ ਨਾਮ. ਬਟ ਵਿਲ ਹੈਪਨ ਇਨ ਦਾ ਸਮਾਲ ਇੰਟੈਸਟਾਈਨ, ਇਨ ਦਾ ਪਾਰਟ ਆਫ ਸਮਾਲ ਇੰਟੈਸਟਾਈਨ, ਦਿਸ ਪਾਰਟ ਇਜ਼ ਕਾਲਡ ਡਿਊਡੀਨਮ. ਡਿਊਡੀਨਮ ਦੇ ਵਿੱਚ ਕੀ ਹੋਏਗਾ ਬੇਟਾ ਜੀ? ਵਟ ਇਜ਼ ਹੈਪਨਿੰਗ? ਇਸ ਦੇ ਵਿੱਚ 2 ਡਕਟਸ ਆਰ ਓਪਨ. ਇਹਦੇ ਵਿੱਚ 2 ਡਕਟਸ ਓਪਨ ਹੁੰਦੀਆਂ ਨੇ ਬੇਟਾ ਜੀ. one duct comes from liver and another duct of pancreatic. both ਜਿਹੜੀਆਂ ਦੋਨੇ ਡਕਟ ਹੈਗੀਆਂ ਬੇਟਾ ਜੀ ਉਹ ਦੋਨੇ ਕੰਬਾਈਨ ਹੋ ਕੇ ਆਪਣਾ ਜਿਹੜਾ ਸਕ੍ਰੀਸ਼ਨ ਹੈਗਾ ਮਿਕਸ ਕਰਕੇ ਕਾਚ ਐਂਟਰ ਕਰਦੀਆਂ ਨੇ, ਉਹ ਡਿਊਡੀਨਮ ਦੇ ਵਿੱਚ ਸੈਂਡ ਕਰਦੀਆਂ ਨੇ. ਰੀਜ਼ਨ ਕੀ ਹੈ? ਉਹ ਜਿਹੜਾ ਬਾਈਲ ਹੈਗਾ, ਬਾਈਲ ਜੂਸ ਹੈਗਾ ਜਾਂ ਜਿਹੜਾ ਪੈਂਕ੍ਰੀਆਟਿਕ ਦਾ ਵਿੱਚ ਬਾਈਕਾਰਬੋਨੇਟਸ ਹੈਗੇ ਹੈ ਉਸ ਨੂੰ ਕੀ ਕਰਦੇ ਨੇ? ਜੋ ਸਟਮਕ ਦੇ ਵਿੱਚੋਂ ਫੂਡ ਆਇਆ ਬੇਟਾ ਜੀ ਉਹ ਕੀ ਹੈ? ਕਿਉਂਕਿ ਸਟਮਕ ਦੇ ਵਿੱਚ ਕੀ ਸੀਗਾ? HCl ਸੀਗਾ. ਫੂਡ ਕੀ ਸੀਗਾ? ਐਸਿਡਿਕ ਨੇਚਰ ਸੀ ਫੂਡ ਦੀ. ਕਿਹੜੀ ਨੇਚਰ ਸੀ ਬੇਟਾ ਜੀ? ਐਸਿਡਿਕ. But when it will enter into the duodenum, ਜਦੋਂ ਡਿਊਡੀਨਮ ਦੇ ਵਿੱਚ ਐਂਟਰ ਹੋ ਗਿਆ ਤਾਂ ਫੂਡ ਜਿਹੜਾ ਹੈਗਾ ਬੇਟਾ ਜੀ ਫੂਡ ਦੇ ਉੱਪਰ ਜਿਹੜੇ ਵੀ ਕੀ ਕਰਨਾ ਪਏਗਾ? ਐਲਕੇਲਾਈਨ ਬਣਾਉਣਾ ਪਏਗਾ. ਕੀ ਬਣਾਉਣਾ ਪਏਗਾ ਬੇਟਾ ਜੀ? ਐਲਕੇਲਾਈਨ ਬਣਾਉਣਾ ਪਏਗਾ. ਉਹਨੂੰ ਬੇਸ ਦੇ ਵਿੱਚ ਕਨਵਰਟ ਕਰਨਾ ਪਏਗਾ. then pancreatic enzyme will be work on it. ਫਿਰ ਕੀ ਹੋਣਗੇ ਬੇਟਾ ਜੀ? ਪੈਂਕ੍ਰੀਆਟਿਕ ਦੇ ਜਿਹੜੇ ਐਂਜ਼ਾਈਮ ਹੈ ਉਹ ਪ੍ਰੋਪਰ ਕੀ ਕਰਨਗੇ? ਵਰਕ ਕਰਨਗੇ. ਕਿਹਦੇ ਉੱਪਰ? ਫੂਡ ਨੂੰ ਡਾਈਜੈਸ਼ਨ ਕਰਨ ਦੇ ਵਿੱਚ ਕੀ ਕਰਨਗੇ? ਹੈਲਪ ਕਰਨਗੇ. ਸੋ ਇਸ ਕਰਕੇ ਬੇਟਾ ਜੀ ਜਿਹੜੀ ਇਹ ਕਾਮਨ ਡਕਟ ਹੈਗੀ ਹੈ ਬਾਈਲ ਡਕਟ ਐਂਡ ਪੈਂਕ੍ਰੀਆਟਿਕ ਡਕਟ, ਇਸ ਡਕਟ ਨੂੰ ਕੀ ਕਿਹਾ ਜਾਂਦਾ ਹੈ? ਕਾਮਨ ਡਕਟ. ਕਾਮਨ ਡਕਟ ਨੂੰ ਕੀ ਬੋਲਿਆ ਜਾਂਦਾ ਹੈ? ਇਹਦਾ ਨਾਮ ਪ੍ਰੋਪਰ ਹੈਗਾ ਹੈ ਹੀਪੈਟੋ ਪੈਂਕ੍ਰੀਆਟਿਕ ਡਕਟ. ਹੈਪੈਟੋ ਦਾ ਮਤਲਬ ਕੀ ਹੁੰਦਾ ਬੇਟਾ ਜੀ? ਲੀਵਰ, ਜੋ ਲੀਵਰ ਤੋਂ ਆਈ ਹੈ. ਪੈਂਕ੍ਰੀਆਟਿਕ ਦਾ ਮਤਲਬ ਕੀ ਹੁੰਦਾ ਹੈ? ਪੈਂਕਰੀਜ਼, ਜੋ ਪੈਂਕਰੀਜ਼ ਵੱਲੋਂ ਆਈ ਹੈ. ਪੈਂਕਰੀਜ਼ ਤੇ
ਲੀਵਰ ਦੀ ਡਕਟ ਮਿਲ ਕੇ ਦੋਨੇ ਇੱਕ ਕਾਮਨ ਡਕਟ ਬਣਾਉਂਦੀਆਂ ਨੇ, ਇਸ ਨੂੰ ਬੋਲਿਆ ਜਾਂਦਾ ਹੈ ਬੇਟਾ ਜੀ, ਇਸ ਨੂੰ ਬੋਲਿਆ ਜਾਂਦਾ ਹੈ ਕਾਮਨ ਡਕਟ। ਕਾਮਨ ਡਕਟ ਦਾ ਨਾਮ ਕੀ ਹੈ? ਹੈਪੇਟੋਪੈਂਕ੍ਰੀਆਟਿਕ ਡਕਟ। ਕੀ ਨਾਮ ਬੋਲਿਆ ਜਾਂਦਾ ਬੇਟਾ ਜੀ? ਹੈਪੇਟੋਪੈਂਕ੍ਰੀਆਟਿਕ ਡਕਟ ਓਪਨ ਇਨਟੂ ਦਾ ਡਿਊਡੀਨਮ। ਉਹ ਕਾਚ ਖੁੱਲਦੀ ਹੈ ਬੇਟਾ ਜੀ, ਡਿਊਡੀਨਮ ਦੇ ਵਿੱਚ ਓਪਨ ਹੁੰਦੀ ਹੈ। ਕਲੀਅਰ? आफ्टर दैट फूड एंटर इनटू द जिजुनम। ठीक है बेटा जी, ड्यूडिनम की है, जिस ड्यूडिनम के बारे तुसी लिखना है, यू कैन नोट डाउन 2-3 पॉइंट्स आप राइट कर सकते हैं बेटा जी। ड्यूडिनम इट इज ए 25 सेंटीमीटर लॉन्ग है बेटा जी। सेकंड पॉइंट, इट इज सी शेप्ड। सी शेप होएगी बेटा जी, ये सी शेप ਇਹਦੀ ਹੈਗੀ ਹੈ ਡਿਊਡੀਨਮ ਦੀ। ਠੀਕ ਹੈ ਨਾ। ਇਟ ਇਜ਼ ਏ ਵॉल ਜਿਹੜੀ ਹੁੰਦੀ ਹੈ, ਇਹ ਥੋੜੀ ਜਿਹੀ ਵॉल ਜਿਹੜੀ ਥਿਕ ਹੁੰਦੀ ਹੈ, ਐਬਜ਼ੌਰਬੇਸ਼ਨ ਦੇ ਵਿੱਚ ਕੀ ਕਰਦੀ ਹੈ ਬੇਟਾ ਜੀ? ਹੈਲਪ ਕਰਦੀ ਹੈ। ਸੋ ਇਸ ਕਰਕੇ ਇੱਥੇ ਕੀ ਇਹ ਹੋਰ ਕੀ ਹੋਏਗਾ? ਇੱਥੇ ਫੂਡ ਨੂੰ ਕੀ ਬਣਾਇਆ ਜਾਂਦਾ ਬੇਟਾ ਜੀ? ਐਲਕੇਲਾਈਨ ਬਣਾਇਆ ਜਾਂਦਾ। ਕੀ ਬਣਾਇਆ ਜਾਂਦਾ ਬੇਟਾ ਜੀ? ਐਲਕੇਲਾਈਨ ਇਹਦੇ ਫੂਡ ਦੇ ਵਿੱਚ ਕਨਵਰਟ ਕੀਤਾ ਜਾਂਦਾ ਹੈ। ਠੀਕ ਹੈ ਨਾ। ਆਫਟਰ दैट फूड एंटर इनटू द जिजुनम। ਕਾਹ ਚ ਐਂਟਰ ਹੋਏਗਾ ਬੇਟਾ ਜੀ? जिजुनम ਦੇ ਵਿੱਚ ਫੂਡ ਵਿਲ ਬੀ ਐਂਟਰ। ਆਫਟਰ ਦੀ ਐਂਟਰੀ ਆਫ ਡਿਊਡੀਨਮ, ਡਿਊਡੀਨਮ ਤੋਂ ਬਾਅਦ ਫੂਡ ਕਾਹ ਚ ਐਂਟਰ ਹੋਏਗਾ ਬੇਟਾ ਜੀ? ਜਿਜੂਨਮ ਦੇ ਵਿੱਚ ਜਿਹੜਾ ਉਹ ਐਂਟਰ ਹੁੰਦਾ ਹੈ। ਜਿਜੂਨਮ ਕੀ ਹੈਗੀ ਹੈ? ਜਿਜੂਨਮ ਮੋਸਟਲੀ 2.5 ਮੀਟਰ ਲੌਂਗ ਹੈ। ਇਹਦੇ ਵਿੱਚ ਕੀ ਹੁੰਦੀਆਂ ਨੇ ਬੇਟਾ ਜੀ? ਇੰਪੋਰਟੈਂਟ ਪੁਆਇੰਟ ਹੈਗਾ ਹੈ, ਇਹਦੇ ਵਿੱਚ ਇਹ ਇੰਟੈਸਟੀਨਲ ਗਲੈਂਡਸ ਪ੍ਰੈਜ਼ੈਂਟ ਹੁੰਦੀਆਂ ਨੇ। ਇੰਟੈਸਟੀਨਲ ਗਲੈਂਡਸ ਪ੍ਰੈਜ਼ੈਂਟ ਹੁੰਦੀਆਂ ਨੇ ਜਿਹੜੀਆਂ ਕਿ ਫੂਡ ਨੂੰ ਐਬਜ਼ੌਰਬ ਕਰਨ ਦੇ ਵਿੱਚ ਕੀ ਕਰਦੀਆਂ ਨੇ? ਹੈਲਪ ਕਰਦੀਆਂ ਨੇ, ਡਾਈਜੈਸਟ ਕਰਦੀਆਂ ਨੇ। ਡਾਈਜੈਸ਼ਨ ਕਰਨ ਤੋਂ ਬਾਅਦ ਜਿਹੜੀ ਮੋਸਟਲੀ ਡਾਈਜੈਸ਼ਨ ਹੈਗੀ ਆ ਉਹ ਸਮਾਲ ਇੰਟੈਸਟਾਈਨ ਦੇ ਵਿੱਚ ਕੰਪਲੀਟ ਹੋਣੀ ਹੋ ਜਾਂਦੀ ਹੈ, ਮਤਲਬ ਕੰਪਲੀਟ ਹੋ ਜਾਂਦੀ ਹੈ ਸਮਾਲ ਇੰਟੈਸਟਾਈਨ ਦੇ ਵਿੱਚ ਮੋਸਟਲੀ। ਠੀਕ ਹੈ ਨਾ। ਆਫਟਰ ਦਿਸ ਫੂਡ ਐਂਟਰ ਇਨਟੂ ਦ ਇਲੀਅਮ। ਇਟ ਇਜ਼ ए ਲਾਸਟ ਪਾਰਟ ਆਫ ਦ ਐਲੀਮੈਂਟਰੀ ਕਨਾਲ। ਸਮਾਲ ਐਲੀਮੈਂਟਰੀ ਕਨਾਲ ਦਾ ਕੀ ਇਹ ਲਾਸਟ ਪਾਰਟ ਹੁੰਦਾ ਹੈ। ਠੀਕ ਹੈ ਨਾ। ਜਿਹੜੀ ਬੇਟਾ ਜੀ ਇਹ ਅਸੀਂ ਗੱਲ ਕਰੀਏ ਇਲੀਅਮ, ਮੋਸਟਲੀ ਇਲੀਅਮ ਕੀ ਹੈ? ਲਾਸਟ ਪਾਰਟ ਹੈਗਾ। ਕੀ ਹੈ ਬੇਟਾ ਜੀ? 3.5 ਮੀਟਰ ਅਪਰੋਕਸੀਮੇਟਲੀ ਇਹ ਕੀ ਹੁੰਦੀ ਹੈ? ਲੌਂਗ ਹੁੰਦੀ ਹੈ। ਠੀਕ ਹੈ ਨਾ। ਇਟ ਹੈਜ਼ ਫਿੰਗਰ ਲਾਈਕ ਪ੍ਰੋਜੈਕਸ਼ਨ। ਇਟ ਹੈਜ਼ ਫਿੰਗਰ ਲਾਈਕ ਪ੍ਰੋਜੈਕਸ਼ਨ। ਫਿੰਗਰ ਲਾਈਕ ਪ੍ਰੋਜੈਕਸ਼ਨ ਕਾਲਡ ਵਿਲੀ। ਕਾਲਡ ਵਿਲੀ। ਇਹਨਾਂ ਨੂੰ ਵਲਾਈਜ਼ ਪ੍ਰੈਜ਼ੈਂਟ ਹੁੰਦੀਆਂ ਨੇ। ਵਲਾਈਜ਼ ਕਿਸ ਸ਼ੇਪ ਦੀਆਂ ਹੁੰਦੀਆਂ ਨੇ ਬੇਟਾ ਜੀ? ਇਸ ਸ਼ੇਪ ਦੀਆਂ ਹੁੰਦੀਆਂ ਨੇ ਵਲਾਈਜ਼। ਇਹ ਕੀ ਕਰਦੀਆਂ ਨੇ? ਵਾਟ ਇਜ਼ ਦਾ ਫੰਕਸ਼ਨ ਆਫ ਥੀਸ ਵਲਾਈਜ਼? ਇਹਨਾਂ ਦੇ ਵਿੱਚ ਬਲੱਡ ਵੈਸਲਸ ਪ੍ਰੈਜ਼ੈਂਟ ਹੁੰਦੀਆਂ ਨੇ। ਵਲਾਈਜ਼ ਹੈਲਪ ਕਾਚ ਕਰਦੀ ਹੈ? ਦੇ ਹੈਲਪ ਇਨ ਐਬਜ਼ੌਰਪਸ਼ਨ ਆਫ ਫੂਡ। ਕਿਉਂਕਿ ਜਿੰਨੀਆਂ ਜ਼ਿਆਦਾ ਵਲਾਈਜ਼ ਹੋਣਗੀਆਂ ਉਹਨਾਂ ਜ਼ਿਆਦਾ ਜਿਹੜਾ ਗਲੂਕੋਜ਼ ਹੈ ਉਸ ਨੂੰ ਜ਼ਿਆਦਾ ਮੂਵ ਕਰਨ ਦੇ ਵਿੱਚ ਟਾਈਮ ਲੱਗੇਗਾ। ਇਹ ਕਰਦੀਆਂ ਨੇ ਇਨਕਰੀਜ਼ ਦਾ ਸਰਫੇਸ ਏਰੀਆ। ਇਹ ਕੀ ਕਰਦੀਆਂ ਨੇ ਬੇਟਾ ਜੀ? ਇਨਕਰੀਜ਼ ਦਾ ਸਰਫੇਸ ਏਰੀਆ। ਇਹ ਸਰਫੇਸ ਏਰੀਆ ਵਧਾਉਂਦੀਆਂ ਨੇ ਕਾਹਦਾ? ਸਮਾਲ ਇੰਟੈਸਟਾਈਨ ਦਾ। ਹੈਲਪ ਕਾਚ ਕਰਦੀਆਂ ਨੇ? ਦੇ ਹੈਲਪ ਇਨ ਐਬਜ਼ੌਰਪਸ਼ਨ। ਕਾਚ ਕਰਦੀਆਂ ਨੇ ਬੇਟਾ ਜੀ? ਐਬਜ਼ੌਰਪਸ਼ਨ ਚ ਹੈਲਪ ਕਰਦੀਆਂ ਨੇ। ਕਿ ਵਿਲਾਈਜ਼ ਪ੍ਰੈਜ਼ੈਂਟ ਹੁੰਦੀਆਂ ਨੇ ਕਾਚ ਇਲੀਅਮ ਦੇ ਵਿੱਚ ਜਿਹੜੀਆਂ ਇਹ ਪ੍ਰੈਜ਼ੈਂਟ ਹੁੰਦੀਆਂ ਨੇ। ਠੀਕ ਹੈ ਨਾ। ਹੁਣ ਜੇ ਅਸੀਂ ਗੱਲ ਕਰੀਏ ਸਮਾਲ ਇੰਟੈਸਟਾਈਨ ਦੀ, ਸਮਾਲ ਇੰਟੈਸਟਾਈਨ ਦਾ ਇੱਕ ਕਾਮਨ ਜਿਹਾ ਪੁਆਇੰਟ ਦੇਖਿਆ ਜਾਵੇ, ਜਿਹੜੀ ਸਮਾਲ ਇੰਟੈਸਟਾਈਨ ਹੈ ਬੇਟਾ ਜੀ, ਸਮਾਲ ਇੰਟੈਸਟਾਈਨ ਜਿਹੜੇ ਹਾਰਬੀਵੋਰਸ ਹੁੰਦੇ ਹੈ। ਠੀਕ ਹੈ ਨਾ। ਕਿਹੜੇ ਬੇਟਾ ਜੀ? ਹਾਰਬੀਵੋਰਸ। ਹਾਰਬੀਵੋਰਸ ਦੀ ਜਿਹੜੀ ਸਮਾਲ ਇੰਟੈਸਟਾਈਨ ਹੈ ਉਹ ਕੀ ਹੋਏਗੀ? ਲੌਂਗ ਹੁੰਦੀ ਹੈ। ਜਿਹੜੇ ਹੁੰਦੇ ਆ ਕਾਰਨੀਵੋਰਸ, ਕਾਰਨੀਵੋਰਸ ਜਿਹੜੇ ਹੁੰਦੇ ਆ ਬੇਟਾ ਜੀ ਉਹਨਾਂ ਦੀ ਇੰਟੈਸਟਾਈਨ ਕੀ ਹੁੰਦੀ ਹੈ? ਸ਼ਾਰਟ ਹੁੰਦੀ ਹੈ। ਠੀਕ ਹੈ ਨਾ। ਇਹ ਕੁਐਸਚਨ ਹੈ, ਕਈ ਵਾਰੀ CBSE ਦੇ ਵਿੱਚ ਪੁੱਛਿਆ ਜਾਣ ਵਾਲਾ ਕੁਐਸਚਨ ਹੈ। ਵਾਈ ਹਾਰਬੀਵੋਰਸ ਹੈਜ਼ ਲੌਂਗਰ ਇੰਟੈਸਟਾਈਨ ਦੈਨ ਕਾਰਨੀਵੋਰਸ ਦੇ ਨਾਲੋਂ। ਠੀਕ ਹੈ ਨਾ। ਆਂਸਰ ਕੀ ਲਿਖੋਗੇ ਇਹਦਾ? ਇਹਦਾ ਸਿੰਪਲ ਜਿਹਾ ਆਂਸਰ ਹੈ ਬੇਟਾ ਜੀ, ਬਿਕੋਜ਼ ਕਾਰਨੀਵੋਰਸ ਟੇਕ ਲਾਰਜ ਅਮਾਊਂਟ ਆਫ ਸੈਲੂਲੋਜ਼। ਕੀ ਲੈਂਦੇ ਨੇ ਬੇਟਾ ਜੀ? ਸੈਲੂਲੋਜ਼ ਦੀ ਅਮਾਊਂਟ ਜਿਹੜੀ ਹੈਗੀ ਹਾਰਬੀਵੋਰਸ ਜ਼ਿਆਦਾ ਲੈਂਦੇ ਨੇ। ਸੈਲੂਲੋਜ਼ ਨੂੰ ਡਾਈਜੈਸਟ ਕਰਨ ਦੇ ਲਈ ਕੀ ਚਾਹੀਦਾ ਹੈ? ਮਤਲਬ ਜ਼ਿਆਦਾ ਟਾਈਮ ਲੱਗਦਾ ਹੈ, ਜ਼ਿਆਦਾ ਉਸ ਨੂੰ ਟਾਈਮ ਲੱਗਦਾ ਹੈ ਡਾਈਜੈਸ਼ਨ ਕਰਨ ਦੇ ਵਿੱਚ। ਇਸ ਕਰਕੇ ਡਿਊ ਟੂ ਦਿਸ ਰੀਜ਼ਨ
ਇਸੇ ਕਰਕੇ ਜਿਹੜੇ ਹਾਰਬੀਵੋਰਸ ਹੈ ਉਹਨਾਂ ਦੀ ਇੰਟੈਸਟਾਈਨ ਜਿਹੜੀ ਹੁੰਦੀ ਹੈ ਉਹ ਲੌਂਗ ਹੁੰਦੀ ਹੈ, ਜ਼ਿਆਦਾ ਲੰਬੀ ਹੁੰਦੀ ਹੈ, ਠੀਕ ਹੈ ਨਾ। ਕਾਰਨੀਵੋਰਸ ਕੀ ਹੁੰਦੇ ਨੇ, ਇਹ ਫਲੈਸ਼ ਈਟਰ ਹੁੰਦੇ ਨੇ, ਠੀਕ ਹੈ ਨਾ। ਫਲੈਸ਼ ਈਟਰ ਨੇ ਫਲੈਸ਼ ਨੂੰ ਡਾਈਜੈਸਟ ਕਰਨ ਦੇ ਲਈ ਉਸ ਨੂੰ ਥੋੜਾ ਜਿਹਾ ਮਤਲਬ ਘੱਟ ਟਾਈਮ ਲੱਗਦਾ, ਇਸੇ ਡਿਊ ਟੂ ਦਿਸ ਰੀਜ਼ਨ ਇਹਨਾਂ ਦੀ ਕਾਰਨੀਵੋਰਸ ਦੀ ਜਿਹੜੀ ਸਮਾਲ ਇੰਟੈਸਟਾਈਨ ਹੈ ਕੀ ਹੁੰਦੀ ਹੈ ਬੇਟਾ ਜੀ, ਸ਼ਾਰਟ ਹੁੰਦੀ ਹੈ। ਸੋ ਇਹ ਸੀਗੇ ਕਾਮਨ ਇੰਪੋਰਟੈਂਟ ਪੁਆਇੰਟ ਸੀਗੇ ਜਿਹੜੇ ਤੁਸੀਂ ਯਾਦ ਰੱਖ ਸਕਦੇ ਹੋ। फस्ट ऑफ ऑल आफ्टर दी स्टमक, इधर रिवाइज कर लो बेटा जी, यदि स्टमक तो बाद फूड का एंटर होएगा, ड्यूडीनम दे विच एंटर होएगा। ड्यूडीनम की है, स्मॉल इंटेस्टाइन दा फस्ट पार्ट है। ड्यूडीनम दे विच की जिहड़ा फूड एंटर होया है उस फूड दा की नाम है बेटा जी, काइम बोलांगे। उस फूड का नाम की है, काइम है। जो फूड एंटर होया स्मॉल इंटेस्टाइन दे विच वो की है, एसिडिक इन नेचर है। एसिडिक नेचर क्यों है, क्योंकि स्टमक दे विच HCl प्रोड्यूस होया है, इस ड्यू टू दिस रीजन फूड की है, एसिडिक है। हुण ड्यूडीनम दे विच एक डक्ट ओपन हुंदी है, वो डक्ट कित्थों मिलदी है बेटा जी, एक तां जिहड़ा लीवर है, लीवर तो डक्ट आ रही है, एक पैंक्रियाटिक तो डक्ट आ रही है। दोने डक्ट मिलके एक कॉमन डक्ट बनाई है। उस कॉमन डक्ट दे विच जिहड़ी हैगी है वो काच ड्यूडीनम दे विच ओपन हुंदी है। इस कॉमन डक्ट दा की नाम है बेटा जी, हेपेटो पैंक्रियाटिक डक्ट है। हेपेटो का मतलब लीवर है, पैंक्रियाटिक का मतलब पैंक्रीज है। दोने डक्ट मिलके की बनाउंदियां ने, हेपेटो पैंक्रियाटिक डक्ट बनाउंदियां ने। क्योंकि लीवर दे विचों की पैदा हुंदा है, बाइल जूस है जिहड़ा वो लीवर वालों आंदा है, पैंक्रियाटिक जूस है जिहड़ा वो पैंक्रीज प्रोड्यूस करती है। यह सारे दा सारा जिहड़ा जूस है, पैंक्रियाटिक अमाई जिहड़ा जूस हैगा, ठीक है ना, सक्रीशन हैगी है वो ड्यूडीनम दे विच एंटर हो जाती है, ठीक है ना। एक तो जिहड़ा ये सब तो पहला ये जिहड़ा जूस पैदा हुंदा है, सब तो पहला फंक्शन ये हुंदा है क्योंकि एसिडिक जिहड़ा फूड है उसनूं की बनाया जाता है, एल्केलाइन बनाया जाता है। एल्केलाइन का मतलब बेस बना के उसनूं फेर ही जिहड़े पैंक्रियाटिक दे एंजाइम ने वो की करदे ने ते प्रॉपरली वर्क करदे ने, ठीक है बेटा जी। आफ्टर दैट फूड का एंटर हुंदा है, जीजूनम दे विच एंटर हुंदा है। जीजूनम दे विच की प्रेजेंट हुंदियां ने, इंटेस्टिनल ग्लैंड्स प्रेजेंट हुंदियां ने, ठीक है ना, जिहड़ियां कि सक्रीशन करदियां ने, एंजाइम पैदा करदियां ने ते फूड नूं डाइजेस्ट करन दे विच हैल्प करदा है। वो इंटरस्टिशियल जिहड़ा फ्लूइड हुंदा है, जिहड़ा इंटरस्टिशियल जिहड़ा की करदा है, सक्रीशन पैदा हुंदी है। आफ्टर दैट फूड का एंटर हुंदा है बेटा जी, इलियम दे विच प्रेजेंट हुंदा है। इलियम की है, लास्ट पार्ट हैगा एलीमेंट्री कनाल दा, ठीक है ना। इट इज ए नैरोएस्ट पार्ट हुंदा है, ठीक है ना। स्मॉल इंटेस्टाइन दे जदों इलियम दे विच एंटर हो गया, फूड मोस्टली की हो जाता है बेटा जी, डाइजेस्ट हो चुका हुंदा है, काच कन्वर्ट हो जाता है, ग्लूकोज दे विच कन्वर्ट हो जाता है, ठीक है ना। फिर इलियम दे विच की हुंदियां ने, फिंगर लाइक प्रोजेक्शन हुंदियां ने। कादे वर्गियां बेटा जी, फिंगर लाइक प्रोजेक्शन प्रेजेंट हुंदियां ने। ये जिहड़ियां वलाइज ने, वलाइज की हेल्प काच हेल्प करदियां ने, एक तां ये इंक्रीज द सरफेस एरिया ऑफ स्मॉल इंटेस्टाइन। कई बार पूछा गया क्वेश्चन, व्हाट इज द फंक्शन ऑफ स्मॉल, व्हाट इज द फंक्शन ऑफ विलाइज, दे इंक्रीज द सरफेस एरिया। इस सरफेस एरिया इंक्रीज कर दिया ने, इंपॉर्टेंट क्वेश्चन है, स्टार लगा लो बेटा जी इत्थे, ठीक है ना। फिर की कर दिया ने, इत्थे की है, फूड मोस्टली फूड जिहड़ा हैगा सारे दा सारा फूड एब्जॉर्ब किया जाता है, ग्लूकोज की फॉर्म दे विच कन्वर्ट हो चुका हुंदा है, ठीक है ना। सो लास्ट कॉमन पॉइंट सीगा भी वाई हार्बीवोर्स हैज लॉन्गर इंटेस्टाइन दैन कार्निवोर्स। इत्ते भी स्टार लगा लो, ये भी क्वेश्चन कई बार CBSE दे विच पूछा गया क्वेश्चन है, बहुत बारी पूछा गया। हार्बीवोर्स की जिहड़ी इंटेस्टाइन है वो लॉन्ग हुंदी है दैन कार्निवोर्स दे नालों। इस करके दो इंपॉर्टेंट क्वेश्चन जिहड़े हैगे वो इंटेस्टाइन दे विचों बहुत बारी पूछे गए हैं, ठीक है बेटा जी। ड्यू टू दे टेक सैलुलोज, देयर इज ए मच मोर टाइम टू डाइजेस्ट सैलुलोज। सैलुलोज नूं डाइजेस्ट करन दे विच ज़्यादा टाइम लगता है, इसे करके हार्बीवोर्स की जिहड़ी हैगी है की हुंदी है, इंटेस्टाइन की हुंदी है बेटा जी, लॉन्ग हुंदी है, ठीक है ना। क्लियर। So these are important part of alimentary canal. If you want to take screenshot, you can take beta ji, ठीक है। Now हाँ जी, नेक्स्ट पार्ट ऑफ द एलिमेंट्री कनाल इज ए लार्ज इंटेस्टाइन। की है बेटा जी,
large intestine. Now we will discuss about only large intestine. What is large intestine? Now I will draw just only beta ji large intestine. What is large intestine? This is a roughly diagram of large intestine. So large intestine ਇਹ ਹੈਗੀ ਹੈ ਬੇਟਾ ਜੀ ਇਲੀਅਮ ਦੀ ਗੱਲ ਕੀਤੀ ਸੀ ਅਸੀਂ ਇਲੀਅਮ ਓਪਨ ਇਨਟੂ ਵਿਚ ਪਾਰਟ ਜਿਹੜੀ ਇਲੀਅਮ ਹੈਗੀ ਹੈ ਉਹ ਕਾਹ ਚ ਓਪਨ ਹੁੰਦੀ ਹੈ ਬੇਟਾ ਜੀ ਇਹ ਸਭ ਤੋਂ ਪਹਿਲਾਂ ਹੈਗੀ ਹੈ ਸੀਕਮ ਕਾਹ ਚ ਓਪਨ ਹੁੰਦੀ ਹੈ ਬੇਟਾ ਜੀ ਸੀਕਮ ਜਿਹੜਾ ਆਹ ਪਾਰਟ ਹੈਗਾ ਹੈ ਇਸ ਨੂੰ ਬੋਲਾਂਗੇ ਅਸਕੈਂਡਿੰਗ ਕਲੋਨ ਇਸ ਨੂੰ ਬੋਲਾਂਗੇ ਬੇਟਾ ਜੀ ਇਸ ਪਾਰਟ ਨੂੰ ਟਰਾਂਸਵਰਸ ਕਲੋਨ ਕਿਹੜਾ ਬੋਲਾਂਗੇ ਬੇਟਾ ਜੀ ਟਰਾਂਸਵਰਸ ਕਲੋਨ ਇਸ ਨੂੰ ਬੋਲਾਂਗੇ ਅਸਕੈਂਡਿੰਗ ਕਲੋਨ ਕੀ ਬੋਲਾਂਗੇ ਬੇਟਾ ਜੀ ਅਸਕੈਂਡਿੰਗ ਕਲੋਨ ਇਸ ਨੂੰ ਬੋਲਾਂਗੇ ਬੇਟਾ ਜੀ ਜਿਹੜਾ ਥੋੜਾ ਜਿਹਾ ਪਾਰਟ ਇੱਥੇ ਜੇ ਹੁੰਦਾ ਹੈ ਇਸ ਨੂੰ ਬੋਲਾਂਗੇ ਸਿਗਮੋਇਡ ਕਲੋਨ ਇਸ ਨੂੰ ਬੋਲਾਂਗੇ ਰੈਕਟਮ ਇਸ ਨੂੰ ਬੋਲਾਂਗੇ ਬੇਟਾ ਜੀ ਐਨਸ ਇੱਥੇ ਜਿਹੜੇ ਵਾਲਵਸ ਹੁੰਦੇ ਆ ਉਹਨੂੰ ਬੋਲਾਂਗੇ ਐਨਲ ਸਫਿੰਕਟਰ ਦੋ ਇੱਥੇ ਹੁੰਦੇ ਆ ਵਾਲਵ ਲੱਗੇ ਹੋਏ ਇਹਨੂੰ ਬੋਲਿਆ ਜਾਂਦਾ ਬੇਟਾ ਜੀ ਐਨਲ ਸਫਿੰਕਟਰ ਹੁੰਦੇ ਨੇ ਠੀਕ ਹੈ ਨਾ ਜਿਹੜੇ ਕੀ ਕਰਦੇ ਕਲੋਜ਼ਿੰਗ ਦੇ ਵਿੱਚ ਓਪਨਿੰਗ ਕਲੋਜ਼ਿੰਗ ਦੇ ਵਿੱਚ ਹੈਲਪ ਕਰਦੇ ਨੇ ਸੋ ਫਸਟ ਆਫ ਆਲ ਪਹਿਲਾਂ ਬੇਟਾ ਜੀ ਇਹਦੇ ਜਿਹੜੀ ਲਾਰਜ ਇੰਟੈਸਟਾਈਨ ਹੈ ਉਹਦੇ ਇੰਪੋਰਟੈਂਟ ਪਾਰਟਸ ਪਹਿਲਾਂ ਚੈੱਕ ਕਰ ਲਓ ਇਹ ਹੈਗਾ ਠੀਕ ਹੈ ਨਾ ਵਰਮੀਫਾਰਮ ਅਪੈਂਡਿਕਸ ਠੀਕ ਹੈ ਨਾ ਜਿਹੜਾ ਵਰਮੀਫਾਰਮ ਕੀ ਹੈ ਬੇਟਾ ਜੀ ਅਪੈਂਡਿਕਸ ਹੈਗੀ ਹੈ ਵਰਮੀਫਾਰਮ ਅਪੈਂਡਿਕਸ ਹੈ ਲਾਰਜ ਇੰਟੈਸਟਾਈਨ ਦਾ ਰਫਲੀ ਡਾਇਗਰਾਮ ਚੈੱਕ ਕਰੋ ਬੇਟਾ ਜੀ ਸਭ ਤੋਂ ਪਹਿਲਾਂ ਕੀ ਹੁੰਦੀ ਹੈ ਜਿਹੜੀ ਇਲੀਅਮ ਵਿਲ ਓਪਨ ਇਨਟੂ ਦਾ ਸੀਕਮ ਪਹਿਲਾਂ ਸੀਕਮ ਦੇ ਵਿੱਚ ਓਪਨ ਹੁੰਦੀ ਹੈ ਸਭ ਤੋਂ ਪਹਿਲਾਂ ਸੀਕਮ ਤੋਂ ਨੈਕਸਟ ਪਾਰਟ ਕਿਹੜਾ ਹੈਗਾ ਬੇਟਾ ਜੀ ਸੀਕਮ ਤੋਂ ਨੈਕਸਟ ਪਾਰਟ ਹੈਗਾ ਅਸਕੈਂਡਿੰਗ ਕਲੋਨ ਟਰਾਂਸਵਰਸ ਕਲੋਨ ਐਂਡ ਡਿਸਕੈਂਡਿੰਗ ਕਲੋਨ ਕੀ ਬੋਲਿਆ ਜਾਂਦਾ ਬੇਟਾ ਜੀ ਇਹਨਾਂ ਨੂੰ ਅਸਕੈਂਡਿੰਗ ਨਹੀਂ ਡਿਸਕੈਂਡਿੰਗ ਕਲੋਨ ਠੀਕ ਹੈ ਨਾ discending clone after that sigmoid clone rectum and anus these are the important part of large intestine so now we will discuss about large intestine one by one sab to pehla part keda likhange beta ji ਅਸੀਂ ਲਿਖਾਂਗੇ cecum ਲਿਖਣਾ ਹੈ ਕਿਹੜਾ ਲਿਖਣਾ ਬੇਟਾ ਜੀ cecum ਕੀ ਚੀਜ਼ ਹੈ it is a pouch like structure ਹੈ ਬੇਟਾ ਜੀ ਕਾਦੇ ਵਰਗਾ pouch like structure पॉच लाइक स्ट्रक्चर है ये समॉलेस्ट पार्ट हैगा बेटा जी छोटा जिहा एक पार्ट हुंदा है ठीक है ना इहदे विच ओपन हुंदी है ठीक है ना इलियम ओपन इनटू इट मतलब इहदे विच इलियम जिहड़ी हैगी आ ओह ओपन हुंदी है किस बल्ब दे थ्रू किहदे विच हुंदी है बेटा जी इलियोसिकल वाल्व दे थ्रू ठीक है ना इलियोसिकल वाल्व जिहड़ा हैगा इत्थे लग्या होया ਉਹ ਇਸ ਦੇ ਵਿੱਚ ਫੂਡ ਨੂੰ ਕੀ ਕਰਾਉਂਦਾ ਹੈ ਐਂਟਰੀ ਕਰਾਉਂਦਾ ਹੈ ਜਿਹੜਾ ਇਲੀਓਸਿਕਲ ਵਾਲਵ ਹੈਗਾ ਇਹਨੂੰ ਕਹਿੰਦੇ ਅਸੀਂ ਇਲੀਓਸਿਕਲ ਵਾਲਵ ਬੋਲਿਆ ਜਾਂਦਾ ਬੇਟਾ ਜੀ ਇਹ ਕੀ ਹੈ ਯੂਨੀ ਡਾਇਰੈਕਸ਼ਨਲ ਹੈ ਇੱਕ ਡਾਇਰੈਕਸ਼ਨਲ ਕਰੀ ਕਰੇਗਾ ਇਹਦਾ ਮੇਨ ਫੰਕਸ਼ਨ ਕੀ ਹੈ ਫੂਡ ਕੋਈ ਵੀ ਹੈਗਾ ਜੋ ਇਸ ਨੂੰ ਇਸ ਦੇ ਵਿੱਚ ਐਂਟਰ ਕਰਵਾ ਦੇਗਾ ਬਟ ਵਾਪਸ ਐਂਟਰੀ ਨਹੀਂ ਕਰਦਾ ਹੈਗਾ ਇਹ ਇਸ ਕਰਕੇ ਵਨ ਡਾਇਰੈਕਸ਼ਨਲ ਹੈਗਾ ਸਾਰੇ ਦਾ ਸਾਰਾ ਜਿਹੜਾ ਡਾਈਜੈਸਟਡ ਫੂਡ ਹੁੰਦਾ ਹੈ ਠੀਕ ਹੈ ਨਾ ਉਸ ਨੂੰ ਕੀ ਕਰੇਗਾ इलियोसिकल वाल्व के थ्रू सीकम दे विच सेंड कर देगा बट उसनू वापस नहीं जान दिंदा हैगा ठीक है ना इस इलियोसिकल वाल्व के थ्रू की है ऑल फूड की काह च एंटर होएगा बेटा जी सीकम दे विच की हुंदा है डाइजेस्ट हो जाता है काह च डाइजेस्ट हुंदा है बेटा जी सीकम दे विच डाइजेस्ट हो जाता है आफ्टर दैट जो अनडाइजेस्टेड फूड जिहड़ा हैगा सीकम दे विच ई कोलाई
ਈ ਕੋਲਾਈ ਐਸ਼ਰਚੇ ਕੋਲਾਈ ਬੈਕਟੀਰੀਆ ਪ੍ਰੈਜ਼ੈਂਟ ਹੁੰਦੇ ਨੇ ਇਹਦੇ ਵਿੱਚ, ਜੋ ਕਿ ਫੂਡ ਨੂੰ ਅਨਡਾਈਜੈਸਟਡ ਫੂਡ ਨੂੰ ਕੀ ਕਰਦੇ ਨੇ, ਡਾਈਜੈਸ਼ਨ ਕੀ ਕਰਦੇ ਨੇ, ਖਤਮ ਕਰਦਾ ਮਤਲਬ ਸ਼ੁਰੂ ਕਰਦੇ ਨੂੰ ਫਿਕਲ ਮੈਟਲ ਦੇ ਵਿੱਚ ਕਨਵਰਟ ਕਰਨਾ ਸ਼ੁਰੂ ਕਰਦੇ ਨੇ। ਠੀਕ ਹੈ ਨਾ, ਜਿਹੜੀ ਇੱਥੇ ਬੈਕਟੀਰੀਆ ਵਗੈਰਾ ਪ੍ਰੈਜ਼ੈਂਟ ਹੁੰਦੇ ਨੇ। ਠੀਕ ਹੈ ਨਾ, ਇੱਕ ਹੁੰਦੀ ਹੈ ਵਾਰਮੀ ਫਾਰਮ ਅਪੈਂਡਿਕਸ। ਵਾਰਮੀ ਫਾਰਮ ਅਪੈਂਡਿਕਸ ਕੀ ਹੈ, ਇਹ ਬਲਾਈਂਡ ਟਿਊਬ ਹੈ। ਕੀ ਹੈ ਬੇਟਾ ਜੀ, ਬਲਾਈਂਡ ਟਿਊਬ ਹੈਗੀ ਹੈ। ਬਲਾਈਂਡ ਟਿਊਬ ਕੀ ਕਰਦੀ ਹੈਗੀ ਇਹ ਕੀ ਹੈ, ਇੱਕ ਵੈਸਟੀਜ਼ੀਅਲ ਆਰਗਨ ਕਿਹਾ ਜਾਂਦਾ। ਕੀ ਕਿਹਾ ਜਾਂਦਾ ਬੇਟਾ ਜੀ ਇਹਨੂੰ, ਵੈਸਟੀਜ਼ੀਅਲ ਆਰਗਨ ਹੈਗੀ ਹੈ। ਠੀਕ ਹੈ ਨਾ, ਵੈਸਟੀਜ਼ੀਅਲ ਆਰਗਨ ਦਾ ਮਤਲਬ ਕੀ ਹੈ, ਇਹ ਸਭ ਤੋਂ ਪਹਿਲਾਂ ਮਤਲਬ ਪਹਿਲਾਂ 올ਡ ਟਾਈਮ ਦੇ ਵਿੱਚ ਇਹਦੀ ਕੋਈ ਇੰਪੋਰਟੈਂਸ ਹੈਗੀ ਸੀ, ਹੁਣ ਇਹਦੀ ਕੋਈ ਇੰਪੋਰਟੈਂਸ ਨਹੀਂ ਹੈ। ਇਸੇ ਕਰਕੇ ਇਹ ਵੈਸਟੀਜ਼ੀਅਲ ਆਰਗਨ ਹੈ, ਇੱਕ ਫਾਲਤੂ ਆਰਗਨ ਹੈ। ਕਈ ਵਾਰੀ ਕੀ ਹੁੰਦਾ ਹੈ, ਸਮ ਟਾਈਮ ਫੂਡ ਇਜ਼ ਐਂਟਰ ਇਨਟੂ ਵਾਰਮੀ ਫਾਰਮ ਅਪੈਂਡਿਕਸ ਦੇ ਵਿੱਚ ਕਈ ਵਾਰੀ ਫੂਡ ਚਲਾ ਜਾਵੇ ਤਾਂ ਇੱਥੇ ਕੀ ਹੋ ਜਾਂਦਾ, ਇਨਫੈਕਸ਼ਨ ਹੋ ਕੇ ਸਵੈਲਿੰਗ ਹੋ ਜਾਂਦੀ ਹੈ, ਜਿਹਦੇ ਕਾਰਨ ਕੀ ਹੋ ਜਾਂਦੀ ਹੈ, ਇੱਥੇ ਪੇਨ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹ ਸਾਡੇ ਰਾਈਟ ਸਾਈਡ ਤੇ ਹੁੰਦੀ ਹੈ, ਐਬਡੋਮਨ ਦੇ ਰਾਈਟ ਸਾਈਡ ਦੇ। ਜੇ ਅਸੀਂ ਕਈ ਵਾਰੀ ਪੇਨ ਬਿਲਕੁਲ ਹੀ ਨਾ ਬੰਦ ਹੋਵੇ, ਪੇਨ ਲਗਾਤਾਰ ਰੈਗੂਲਰ ਹੁੰਦਾ ਰਹੇ, ਤਾਂ ਇਹਦਾ ਮਤਲਬ ਡਾਕਟਰ ਚੈੱਕਅਪ ਕਰਕੇ ਪਤਾ ਲੱਗ ਜਾਂਦਾ ਡਾਕਟਰਸ ਨੂੰ ਕਿ ਠੀਕ ਹੈ ਨਾ, ਕਿ ਰਾਈਟ ਸਾਈਡ ਤੇ ਕੀ ਹੈ, ਅਪੈਂਡਿਕਸ ਦਾ ਪੇਨ ਵੀ ਉਹ ਪੋਸੀਬਲ ਹੋ ਸਕਦਾ ਹੈ। ਠੀਕ ਹੈ ਨਾ, ਆਫਟਰ ਦੈਟ ਅਨਡਾਈਜੈਸਟਡ ਫੂਡ ਜਿਹੜਾ ਹੈਗਾ ਕਾ ਚਲਾ ਜਾਂਦਾ ਬੇਟਾ ਜੀ, ਅਸਕੈਂਡਿੰਗ ਕਲੋਨ ਦੇ ਵਿੱਚ ਚਲਾ ਜਾਂਦਾ ਹੈ। ਕਾ ਚਲਾ ਜਾਂਦਾ ਹੈ, ਅਸਕੈਂਡਿੰਗ ਕਲੋਨ ਦੇ ਵਿੱਚ। ਠੀਕ ਹੈ ਨਾ, ਅਸਕੈਂਡਿੰਗ ਕਲੋਨ ਜਿਹੜਾ ਹੈਗੇ ਹੈ, ਅਸਕੈਂਡਿੰਗ ਕਲੋਨ ਮੋਸਟਲੀ ਜਿਹੜਾ ਕਲੋਨ ਦੇ ਵਿੱਚ ਜਿਹੜਾ ਵਰਕ ਹੁੰਦਾ ਹੈ, ਅਨਡਾਈਜੈਸਟਡ ਫੂਡ ਹੋ ਰਿਹਾ ਹੁੰਦਾ ਹੈ। ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਵਰਕ ਹੈਗਾ ਹੈ ਐਬਜ਼ੌਰਪਸ਼ਨ ਆਫ ਵਾਟਰ ਐਂਡ ਸਾਲਟ। ਬਸ ਇਹੀ ਇੰਪੋਰਟੈਂਟ ਫੰਕਸ਼ਨ ਹੈ। ਲਾਰਜ ਇੰਟੈਸਟਾਈਨ ਦੇ ਵਿੱਚ ਜਿੰਨੇ ਵੀ ਕੋਈ ਮਿਨਰਲਸ ਹੈਗੇ, ਵਾਟਰ ਹੈ, ਸਾਲਟ ਹੈ, ਜਿੰਨੇ ਵੀ ਕੋਈ ਇਲੈਕਟ੍ਰੋਲਾਈਟ ਹੈਗੇ ਹੈ, ਵਾਟਰ ਤੇ ਸਾਲਟ ਹੈ ਜਿਹੜਾ ਉਹ ਕੀ ਕੀਤੇ ਜਾਣਗੇ, ਐਬਜ਼ੌਰਬ ਕੀਤੇ ਜਾਣਗੇ। ਕੀ ਕੀਤੇ ਜਾਣਗੇ ਬੇਟਾ ਜੀ, ਐਬਜ਼ੌਰਬ ਕੀਤੇ ਜਾਣਗੇ। ਠੀਕ ਹੈ ਨਾ, ਜਿਹੜੇ ਆਹ ਵਾਲੇ ਕਾਰਨਰ ਹੈਗੇ, ਆਹ ਵਾਲਾ ਕਾਰਨਰ, ਇੱਕ ਆਹ ਵਾਲਾ ਜਿਹੜਾ ਕਾਰਨਰ ਹੈ, ਇੱਥੋਂ ਕੀ ਹੁੰਦੀ ਹੈ, ਜਿਹੜੀ ਲਾਰਜ ਇੰਟੈਸਟਾਈਨ ਨੇ ਟਵਿਸਟ ਕਰਕੇ ਰੱਖੀ ਹੁੰਦੀ ਹੈ, ਫਿਰ ਇੱਧਰ ਟਵਿਸਟ ਕਰੀ ਹੁੰਦੀ ਹੈ। ਇਹਨੂੰ ਬੋਲਿਆ ਜਾਂਦਾ ਹੈ ਹੈਪੈਟਿਕ ਫਲੈਕਚਰ। ਇਸ ਨੂੰ ਬੋਲਿਆ ਜਾਂਦਾ ਸਪਲੀਨਿਕ ਫਲੈਕਚਰ। ਹੈਪੈਟਿਕ ਦਾ ਮਤਲਬ ਕੀ ਹੁੰਦਾ ਬੇਟਾ ਜੀ, ਲੀਵਰ ਹੁੰਦਾ, ਇੱਥੇ ਲੀਵਰ ਪਿਆ ਹੁੰਦਾ ਹੈ। ਇਸੇ ਕਰਕੇ ਇਸ ਕਾਰਨ ਨੂੰ ਕੀ ਬੋਲਿਆ ਜਾਂਦਾ ਹੈ, ਹੈਪੈਟਿਕ ਫਲੈਕਚਰ ਕਿਹਾ ਜਾਂਦਾ ਹੈ। ਇਸ ਸਾਈਡ ਤੇ ਕੀ ਹੁੰਦਾ ਬੇਟਾ ਜੀ, ਸਪਲੀਨ ਪਈ ਹੁੰਦੀ ਹੈ, ਇੱਥੇ ਸਪਲੀਨ ਪ੍ਰੈਜ਼ੈਂਟ ਹੁੰਦੀ ਹੈ। ਇਸੇ ਕਰਕੇ ਇਹਦਾ ਨਾਮ ਕੀ ਹੈ, ਸਪਲੀਨਿਕ ਫਲੈਕਚਰ ਇਹਦਾ ਨਾਮ ਰੱਖਿਆ ਗਿਆ। ਠੀਕ ਹੈ ਬੇਟਾ ਜੀ, ਹੈਪੈਟਿਕ ਫਲੈਕਚਰ ਤੇ ਸਪਲੀਨਿਕ ਫਲੈਕਚਰ ਦੋਨੇ ਨਾ ਜਿਹੜਾ ਕਾਰਨਰਸ ਹੈਗੇ ਹੈ, ਜੋੜ ਆਉਂਦੇ ਨੇ, ਮਤਲਬ ਉਹਨਾਂ ਨੂੰ ਬੋਲਿਆ ਜਾਂਦਾ। ਠੀਕ ਹੈ ਨਾ, ਆਫਟਰ ਦੈਟ ਅਨਡਾਈਜੈਸਟਡ ਫੂਡ ਇਨਟੂ ਦਾ ਟ੍ਰਾਂਸਵਰਸ ਕਲੋਨ ਐਂਡ ਡਿਸਕੈਂਡਿੰਗ ਕਲੋਨ। ਇੱਥੇ ਕੀ ਹੁੰਦਾ ਹੈ, ਜਿਹੜਾ ਕਿ ਵਾਟਰ ਹੈਗਾ ਜਾਂ ਇਹਦੇ ਵਿੱਚ ਕੀ ਹੁੰਦਾ ਬੇਟਾ ਜੀ, ਕੋਈ ਵੀ ਸਾਲਟ ਹੈਗਾ ਉਹ ਲਾਰਜ ਇੰਟੈਸਟਾਈਨ ਕੀ ਕਰਦੀ ਹੈ, ਐਬਜ਼ੌਰਬ ਕਰ ਲੈਂਦੀ ਹੈ। ਠੀਕ ਹੈ ਨਾ, ਐਂਡ ਇਟ ਪ੍ਰੋਡਿਊਸ ਸਮ ਅਮਾਊਂਟ ਆਫ ਮਿਊਕਸ, ਤਾਂ ਕਿ ਫੂਡ ਜਿਹੜਾ ਅਨਡਾਈਜੈਸਟਡ ਮਟੀਰੀਅਲ ਜਿਹੜਾ ਹੈਗਾ, ਫਿਕਲ ਮੈਟਰ ਹੈਗਾ ਜਿਹੜਾ ਉਹ ਮਤਲਬ ਲਾਰਜ ਇੰਟੈਸਟਾਈਨ ਦੇ ਨਾਲ ਅਟੈਚ ਨਾ ਕਰੇ। ਠੀਕ ਹੈ ਨਾ, ਆਫਟਰ ਦੈਟ ਜਿਹੜਾ ਲਾਸਟ ਪਾਰਟ ਹੈਗਾ ਰੈਕਟਮ। ਰੈਕਟਮ ਕੀ ਕਰਦੀ ਹੈ, ਅਨਡਾਈਜੈਸਟਡ ਮਟੀਰੀਅਲ ਨੂੰ ਕੀ ਕਰਦੀ ਹੈ ਬੇਟਾ ਜੀ, ਫਿਕਲ ਦੇ ਫਾਰਮ ਦੇ ਵਿੱਚ। ਠੀਕ ਹੈ ਨਾ, ਫਿਕਲ ਜਿਹੜਾ ਹੈਗਾ, ਫਿਕਲ ਮੈਟਲ ਦੇ ਫਾਰਮ ਦੇ ਵਿੱਚ ਕੀ ਕਰਦੀ ਹੈ, ਸਟੋਰ ਕਰਦੀ ਹੈ, ਤੇ ਐਨਸ ਦੇ ਥਰੂ ਕੀ ਹੁੰਦਾ ਹੈ, ਜਿਹੜਾ ਪਾਸ ਆਊਟ ਹੋ ਜਾਂਦਾ ਹੈ ਅਨਡਾਈਜੈਸਟਡ ਮਟੀਰੀਅਲ ਹੈਗਾ, ਫੂਡ ਹੈਗਾ ਜਾਂ ਅਨਡਾਈਜੈਸਟਡ ਜਿਹੜਾ ਫਿਕਲ ਮੈਟਲ ਹੈਗਾ। ਠੀਕ ਹੈ ਨਾ, ਕਿਸ ਦੇ ਜਿਹੜੇ ਜਿਹਦੇ ਬਲਬ ਪ੍ਰੈਜ਼ੈਂਟ ਹੁੰਦੇ ਬੇਟਾ ਜੀ, ਐਨਲ ਸਿਕਲ ਜਿਹੜੇ ਵਲਬ ਹੁੰਦੇ, ਐਨਲ ਸਪਿੰਕਟਰ ਪ੍ਰੈਜ਼ੈਂਟ ਹੁੰਦੇ ਆ, ਉਹ ਕੀ ਕਰਦੇ ਨੇ, ਐਨਲ ਸਪਿੰਕਟਰ ਨੇ ਜਿਹੜੇ ਉਹ ਲੂਜ਼ ਹੋ ਜਾਂਦੇ ਨੇ, ਤੇ ਜਿਹੜੇ ਅਨਡਾਈਜੈਸਟਡ ਮਟੀਰੀਅਲ ਹੈ ਉਹ ਐਨਸ ਦੇ ਥਰੂ ਕੀ ਹੁੰਦਾ ਬੇਟਾ ਜੀ, ਆਊਟਸਾਈਡ ਪਾਸ ਆਊਟ ਹੋ ਜਾਂਦਾ। ਠੀਕ ਹੈ ਨਾ, ਸੋ ਥੀਸ ਆਰ ਦਾ ਇੰਪੋਰਟੈਂਟ ਪਾਰਟਸ ਆਫ ਲਾਰਜ ਇੰਟੈਸਟਾਈਨ। ਸਭ ਤੋਂ ਪਹਿਲਾਂ ਕੀ ਹੈਗਾ ਬੇਟਾ ਜੀ, ਲਾਰਜ ਇੰਟੈਸਟਾਈਨ ਦਾ ਜਿਹੜਾ ਸਮ ਟਾਈਮ these important parts are asked in the final exam। ਹੁਣ ਕੀ ਕਰਦੇ ਹਾਂ ਬੇਟਾ ਜੀ, ਆਪਾਂ ਇਹਦੀ ਰਿਵਾਈਜ਼ ਕਰਦੇ ਹਾਂ। ਸਭ ਤੋਂ ਪਹਿਲਾਂ ਕੀ ਹੈਗਾ, ਲਾਰਜ ਇੰਟੈਸਟਾਈਨ ਦੇ ਵਿੱਚ ਕਿਹੜਾ ਪਾਰਟ ਓਪਨ ਹੋਏਗਾ, ਸਮਾਲ ਇੰਟੈਸਟਾਈਨ ਦਾ ਇਲੀਅਮ ਪਾਰਟ ਹੈ ਜਿਹੜਾ ਉਹ ਐਂਟਰ ਹੁੰਦਾ ਹੈ। ਠੀਕ ਹੈ, ਪਹਿਲਾ ਪੁਆਇੰਟ ਬੇਟਾ ਜੀ। ਸੈਕੰਡ ਹੈਗਾ, ਕਿਹਦੇ ਥਰੂ ਐਂਟਰ ਹੁੰਦਾ ਹੈ, ਕਿਸ ਚੀਜ਼ ਦੇ ਥਰੂ ਐਂਟਰ ਹੁੰਦਾ, ਇਲੀਓਸਿਕਲ ਵਾਲਵ ਦੇ ਥਰੂ ਕੀ ਹੁੰਦਾ ਹੈ, ਕਿਹਦੇ ਥਰੂ ਹੁੰਦਾ ਬੇਟਾ ਜੀ, ਇਲੀਓਸਿਕਲ ਵਾਲਵ ਦੇ ਥਰੂ ਐਂਟਰ ਹੁੰਦਾ ਹੈ।
किस पार्ट दे विच एंटर हुंदा है? सीकम दे विच। सीकम की है? एक पॉच लाइक स्ट्रक्चर है, एक स्मॉल छोटा जिहा एक ठीक है एक पॉच लाइक स्ट्रक्चर है जिहड़ा की करदा बेटा जी फूड अनडाइजेस्टेड फूड नूं रिसीव करदा है। ठीक है ना। सीकम दे नाल एक ब्लाइंड ट्यूब जुड़ी हुई है, इस ट्यूब का नाम की है वर्मीफॉर्म अपेंडिक्स है। अजकल इसनूं वेस्टिजियल ऑर्गन मन्निया जाता है। वेस्टिजियल मतलब इसकी कोई यूज़ नहीं हैगी अपनी लाइफ दे विच। ओल्ड टाइम दे विच ये डाइजेशन करने दे विच हैल्प करती सीगी। ठीक है ना। राइट साइड ते हुंदी है, कई बार राइट साइड ते ज़्यादा मतलब बहुत ज़्यादा पेन हो रहा होवे तां मतलब ना हट रहा होवे तां डॉक्टर ने जिहड़े कुछ टाइम बाद वो अल्ट्रासाउंड के थ्रू ये पता लगा लेंदे ने भी ये स्वैलिंग तो नहीं हुई हैगी, क्योंकि इन्फैक्शन होके यह की करती है पेन जिहड़ा वो प्रॉब्लम क्रिएट करती है। तो इस करके इनू कई बार ये ठीक है ना मतलब वर्मी अपेंडिक्स नूं की कीता जांदा है मतलब रिमूव भी किया जाता है। ठीक है ना। इसनूं कढ़ा दिता जाता है। ठीक है ना। आफ्टर दैट अनडाइजेस्टेड फूड एंटर इनटू द स्कैंडिंग कलोन चला जाता है। सीकम दे विच एशरिया कोलाई बैक्टीरिया वगैरह भी प्रेजेंट होंदे ने। ठीक है बेटा जी। स्कैंडिंग कलोन जिहड़ी हैगी है उस तो बाद स्कैंडिंग कलोन दे विच चला जाता है अनडाइजेस्टेड फूड, ट्रांसवर्स कलोन ते डिस्कैंडिंग कलोन दे विच। मेन फंक्शन की है जी लार्ज इंटेस्टाइन है वह वाटर एंड साल्ट नूं की करती है एब्जॉर्ब करती है अनडाइजेस्टेड फूड दे विचों। इस दे विच कुछ ना कुछ अमाउंट दे विच म्यूक्स भी प्रेजेंट होंदा है बेटा जी। ठीक है ना। म्यूक्स जिहड़ा है वो की करता है फूड नूं अनडाइजेस्टेड मटीरियल नूं की करता है पास आउट होने दे विच हैल्प करता है। दोनों साइडां ते जिहड़े कॉर्नर है इनू बोलते हैं हैपेटिक फ्लैक्चर बोलिया जाता है, इसनूं बोलिया जाता है स्प्लीनिक फ्लैक्चर बोलिया जाता है। ठीक है बेटा जी। आफ्टर दैट फूड जिहड़ा है स्टोर हो जाता है कुछ टाइम के लिए, टैंपरेरी स्टोरेज के लिए काहदे विच हो जाता है रैक्टम दे विच स्टोर हो जाता है तो एनल सीकल के थ्रू की हो जाता है बेटा जी पाउस आउट हो जाता है। ठीक है बेटा जी। तो थोड़ा जिहा जे डिफरेंस लिखना है, डिफरेंस भी तुसीं एक दो पॉइंट लिख सकते हो। 3 इंपॉर्टेंट जिहड़ियां हैगियां सब तो पहला की है ड्यूडीनम है, ड्यूडीनम, फिर हैगा जीजूनम, फिर हैगा बेटा जी ईलियम। ठीक है ना। जे असीं गल करिए इहदी सब तो पहला इहदी गल करिए बेटा जी वॉल दी भी वॉल कही जी हुंदी है। इहदी वॉल हुंदी है बेटा जी थिनर, इसदी वॉल हुंदी है थिकर। इसदी वॉल भी की हुंदी है बेटा जी थिनर वॉल हुंदी है। पहला इंपॉर्टेंट डिफरेंस तुसीं नोट कर सकते हो। सैकंड जे असीं गल करिए एब्जॉर्पेशन दी, कादी गल करिए बेटा जी एब्जॉर्पेशन दी गल करिए, इत्थे की हुंदी है मिनीमम हुंदी है। मिनीमम एब्जॉर्पेशन होएगी, इत्थे एब्जॉर्पेशन की होएगी बेटा जी मैक्सीमम होएगी। की होएगी बेटा जी मैक्सीमम एब्जॉर्पेशन होएगी। इत्थे मॉडरेट होएगी। की होएगी बेटा जी मॉडरेट एब्जॉर्पेशन होएगी। ठीक है ना। नैक्सट जे असीं गल करिए बेटा जी जे गल करिए असीं विलाई दी, ठीक है ना, विलाई की गल करिए इत्थे लीफ लाइक बलाइस प्रेजेंट होणगियां। इहदे विच काहदियां होणगियां टोंग लाइक बलाइस प्रेजेंट होणगियां। इहदे विच किहड़ियां होणगियां बेटा जी फिंगर लाइक, ठीक है ना, फिंगर लाइक बलाइस की होणगियां प्रेजेंट होणगियां। ठीक है ना बेटा जी। ये की होएगा सब तो पता ही है इहदे विच ये मिडल पार्ट है बेटा जी। किहड़ा पार्ट है ये मिडल पार्ट होंदा है। ये किहड़ा होंदा है डिजिटल पार्ट है। किहड़ा पार्ट है डिजिटल। ये किहड़ा होंदा है प्रॉक्सीमल। किहड़ा पार्ट है बेटा जी प्रॉक्सीमल पार्ट है। जे लेंथ चैक की जाए इन्हां दी सब तो पहला जे लेंथ चैक की जाए ये 25 सेंटीमीटर लॉन्ग है, ये 2.5 मीटर लॉन्ग है, यह 3.5 मीटर लॉन्ग होंदी है। सो दीज आर द इंपॉर्टेंट पॉइंट ਜਿਹੜੇ ਸੀਗੇ ਸਮॉल इंटेस्टाइन ਦੇ 3 पार्ट्स के डिफरेंस है बेटा जी ड्यूडीनम, जीजूनम, ईलियम। ठीक है। कई बार डिफरेंस पूछ लिया जाता है कि समॉल इंटेस्टाइन के 3 इंपॉर्टेंट ਜਿਹੜੇ पार्ट्स है उन्होंने विच डिफरेंस दसो। सब तो पहला वॉल का डिफरेंस थिनर है, ये वाली थिकर होएगी, इसकी वॉल की होएगी थिनर होएगी। ठीक है बेटा जी। एब्जॉर्बेशन सब तो इत्थे ड्यूडीनम दे विच मिनीमम हुंदी है एब्जॉर्बेशन, जीजूनम दे विच मैक्सीमम होएगी, ईलियम दे विच की होएगी मॉडरेट जिहड़ी हैगी है वो एब्जॉर्बेशन हुंदी है। ठीक है ना। जे वलाइस की गल करिए ड्यूडीनम दे विच लीफ लाइक वलाइस होणगियां ते जीजूनम दे विच टोंग लाइक हुंदियां ने ते ईलियम दे विच की हुंदियां ने फिंगर लाइक वलाइस प्रेजेंट हुंदियां ने। जे असीं लेंथ की गल करिए ड्यूडीनम की लेंथ कितनी है 25 सेंटीमीटर है
ਤੇ ਜਿਜੂਨਮ ਦੀ 2.5 ਮੀਟਰ ਲੌਂਗ ਹੈ, ਇਲੀਅਮ ਦੀ ਕਿੰਨੀ ਹੈ 3.5 ਮੀਟਰ ਲੌਂਗ ਹੈ। ਇਹ ਸੀਗਾ ਸਮਾਲ ਇੰਟੈਸਟਾਈਨ ਦੇ ਵਿੱਚ ਡਿਫਰੈਂਸ ਹੈ, ਕਈ ਵਾਰੀ ਪੁੱਛ ਲਿਆ ਜਾਂਦਾ ਹੈ। ਥੀਸ ਆਰ ਇੰਪੋਰਟੈਂਟ ਪਾਰਟ ਆਫ ਲਾਰਜ ਇੰਟੈਸਟਾਈਨ। ਸੋ ਆਈ ਹੋਪ ਕਿ ਤੁਹਾਨੂੰ ਇਹ ਬੇਟਾ ਜੀ ਇੰਟੈਸਟਾਈਨ ਦੇ ਜਿਹੜੇ ਇੰਪੋਰਟੈਂਟ ਪਾਰਟਸ ਨੇ ਉਹ ਬਿਲਕੁਲ ਕਲੀਅਰ ਹੋ ਗਏ ਹੋਣਗੇ। ਕਮੈਂਟ ਕਰਕੇ ਜਰੂਰ ਦੱਸਿਆ ਕਰੋ ਬੇਟਾ ਜੀ, ਜੇ ਤੁਹਾਨੂੰ ਕੋਈ ਡਾਊਟ ਹੈ ਯੂ ਕੈਨ ਆਸਕ ਇਨ ਦਾ ਕਮੈਂਟ ਕਰਕੇ ਦੱਸਿਆ ਕਰੋ ਕਿ ਲੈਕਚਰ ਹੈ ਜਿਹੜਾ ਉਹ ਕਿੰਨੇ % ਤੁਹਾਨੂੰ ਸਮਝ ਲੱਗ ਗਿਆ। ਥੈਂਕਸ, ਹੈਵ ਅ ਨਾਈਸ ਡੇ।